अनमोल वचन। मत उस वक्त 4 हिस्सिਆਂ ਦੇ ਵਿੱਚ ਵੰਡਿਆ ਹੋਇਆ ਸੀ। ਪਹਿਲੇ ਨੰਬਰ ਤੇ ਬ੍ਰਾਹਮਣ ਨੂੰ ਰੱਖਿਆ ਗਿਆ, ਦੂਸਰੇ ਨੰਬਰ ਤੇ ਇੱਕ ਛਤਰੀਏ ਨੂੰ ਰੱਖਿਆ ਗਿਆ, ਤੀਸਰੇ ਨੰਬਰ ਦੇ ਉੱਪਰ ਇੱਕ ਵੈਸ਼, ਚੌਥੇ ਤੇ ਗਰੀਬ ਸ਼ੂਦਰ ਨੂੰ ਰੱਖਿਆ ਗਿਆ। ਇੱਥੋਂ ਤੱਕ ਕਹਿ ਦਿੱਤਾ ਮਨੂ ਸਿਮਰਤੀ ਵਰਗਿਆਂ ਨੇ, ਕਹਿਣ ਲੱਗੇ ਕਿ ਇਹ ਬ੍ਰਾਹਮਣ ਜਿਹੜਾ ਬਹੁਤ ਪਵਿੱਤਰ ਹੈ। ਕਿਉਂ ਪਵਿੱਤਰ ਹੈ? ਕਹਿੰਦੇ ਬ੍ਰਹਮਾ ਜੀ ਦੇ ਮੂੰਹ ਦੇ ਵਿੱਚੋਂ ਪੈਦਾ ਹੋਣ ਕਰਕੇ ਇਹ ਪਵਿੱਤਰ ਹੈ। ਔਰ ਉਸ ਵਕਤ ਬ੍ਰਾਹਮਣ ਦੇ ਕੋਲ ਸਾਰੇ ਅਧਿਕਾਰ ਸੀ। ਜਦੋਂ ਵੀ ਕਿਸੇ ਦੇ ਘਰ ਵਿੱਚ ਕੋਈ ਖੁਸ਼ੀ ਦਾ, ਕੋਈ ਗਮੀ ਦਾ ਕੋਈ ਪ੍ਰੋਗਰਾਮ ਹੁੰਦਾ ਤੇ ਉਹਨਾਂ ਸਾਰਿਆਂ ਦੇ ਘਰ ਵਿੱਚ ਬ੍ਰਾਹਮਣ ਹੀ ਜਾਂਦਾ। ਔਰ ਸਤਿਗੁਰ ਨੇ ਕਿਹਾ, ਮਹਾਰਾਜ ਕਹਿੰਦੇ ਚੰਗੇ ਮੰਦੇ ਦਿਨਾਂ ਦੇ ਵਿਚਾਰ ਵਿੱਚ ਪਾ ਕੇ ਉਹ ਬ੍ਰਾਹਮਣ ਗਰੀਬ ਜਨਤਾ ਨੂੰ, ਦੁਨੀਆ ਨੂੰ ਲੁੱਟਦਾ ਪਿਆ ਸੀ। ਇੱਥੋਂ ਤੱਕ ਕਿ ਉਹ ਜਿਹੜਾ ਬ੍ਰਾਹਮਣ ਪੁਜਾਰੀ ਹੈ ਉਹ ਇੱਕ ਪਾਸੇ ਹਕੂਮਤ ਦੇ ਨਾਲ ਰਲਿਆ ਹੋਇਆ ਤੇ ਆਪਣੇ ਹੀ ਭਰਾਵਾਂ ਦੇ ਉੱਪਰ ਜ਼ੁਲਮ ਕਰਾਉਂਦਾ ਪਿਆ ਸੀ। ਤਾਂ ਹੀ ਸਤਿਗੁਰ ਨੇ ਕਿਹਾ, ਗੁਰਦੇਵ ਕਹਿੰਦੇ ਛੁਰੀ ਵਗਾਇਨ 3 ਗਲ ਤਾਗ। ਜਿਹਨੇ ਆਪਣੇ ਗਲ ਦੇ ਵਿੱਚ 3 ਧਾਗਿਆਂ ਦਾ ਜਨੇਊ ਪਾਇਆ ਉਹ ਵੀ ਆਪਣੇ ਹੀ ਲੋਕਾਂ ਦੇ ਉੱਪਰ ਛੁਰੀ ਚਲਾ ਰਿਹਾ ਹੈ। ਬ੍ਰਾਹਮਣ ਉਹਦੀ ਪੂਜਾ ਕੀਤੀ ਜਾਂਦੀ ਹੈ। ਦੂਸਰੇ ਨੰਬਰ ਤੇ ਇੱਕ ਛਤਰੀਏ ਨੂੰ ਰੱਖਿਆ ਗਿਆ। ਕਹਿੰਦੇ ਇਹ ਬ੍ਰਹਮਾ ਜੀ ਦੇ ਡੋਲਿਆਂ ਤੋਂ ਪੈਦਾ ਹੋਣ ਕਰਕੇ ਕਹਿੰਦੇ ਇਹਦਾ ਕੰਮ ਲੜਨਾ ਹੈ। ਔਰ ਉਸ ਵਕਤ ਉਹਦਾ ਕੰਮ ਤੇਗ ਲੈ ਕੇ ਰਣ ਮੈਦਾਨ ਵਿੱਚ ਲੜਨਾ, ਗਰੀਬ ਜਨਤਾ ਦੀ, ਪ੍ਰਜਾ ਦੀ ਰਾਖੀ ਕਰਨੀ, ਦੇਸ਼ ਦੀ ਰਾਖੀ ਕਰਨੀ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਵੀ ਆਪਣੇ ਫਰਜ਼ ਨੂੰ ਭੁਲਾ ਚੁੱਕਾ ਸੀ। ਕਿਹੜੇ ਫਰਜ਼ ਨੂੰ ਭੁਲਾਇਆ? ਉਹਦਾ ਕੰਮ ਸੀ ਤੇਗ ਲੈ ਕੇ ਰਣ ਮੈਦਾਨ ਵਿੱਚ ਲੜੇ, ਪਰ ਉਹਨੇ ਆਪਣੀ ਤੇਗ ਨੂੰ ਰੱਖ ਦਿੱਤਾ, ਐਸ਼ੋ ਇਸ਼ਰਤ ਵਿੱਚ ਪੈ ਗਿਆ, ਬਲਕਿ ਵਕਾਰਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਦਾ ਪਿਆ ਹੈ। ਸਤਿਗੁਰ ਨੇ ਕਿਹਾ, ਮਹਾਰਾਜ ਕਹਿੰਦੇ ਖੱਤਰੀਆਂ ਤਾਂ ਧਰਮ ਛੋੜਿਆ। ਉਹਨੇ ਆਪਣੇ ਧਰਮ ਨੂੰ ਛੱਡ ਦਿੱਤਾ, ਧਰਮ ਦਾ ਭਾਵ ਆਪਣੇ ਫਰਜ਼ ਨੂੰ ਭੁਲਾ ਦਿੱਤਾ। ਬਲਕਿ ਉਹਦਾ ਕੰਮ ਸੀ ਤੇਗ ਲੈ ਕੇ ਲੜਨਾ। ਲੜਨ ਦੀ ਬਜਾਏ ਉਹਨੇ ਆਪਣੇ ਘਰਾਂ ਦੇ ਸਾਹਮਣੇ ਪੁਜਾਰੀਆਂ ਨੂੰ, ਪੰਡਤਾਂ ਨੂੰ, ਕਾਜ਼ੀਆਂ ਨੂੰ ਬਿਠਾਇਆ ਕਿ ਤੁਸੀਂ ਇੱਥੇ ਬੈਠ ਕੇ ਮੰਤਰ ਪੜ੍ਹਨੇ ਹੈ। ਜਦੋਂ ਕੋਈ ਬਾਹਰੋਂ ਵਿਦੇਸ਼ੀ ਹਮਲਾਵਰ ਚੜ੍ਹ ਕੇ ਆਵੇ, ਜਦੋਂ ਬਾਬਰ ਵਰਗੇ ਲੋਕ ਮੁਗਲ ਚੜ੍ਹ ਕੇ ਆਉਣ ਤੇ ਉਸ ਵਕਤ ਪੜ੍ਹੇ ਹੋਏ ਮੰਤਰਾਂ ਦੇ ਨਾਲ ਉਹਨਾਂ ਮੁਗਲਾਂ ਦੀਆਂ ਫੌਜਾਂ ਜਿਹੜੀਆਂ ਅੰਨੀਆਂ ਹੋ ਜਾਣਗੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਸਾਰੇ ਦ੍ਰਿਸ਼ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਤੇ ਮੇਰੇ ਬਾਬੇ ਨੇ ਪਵਿੱਤਰ ਗੁਰਬਾਣੀ ਵਿੱਚ ਬੋਲ ਕੇ, ਗੁਰਦੇਵ ਕਹਿੰਦੇ ਇੱਥੋਂ ਦੇ ਲੋਕ ਜਿਹੜੇ ਸਨ ਆਪਣੇ ਫਰਜ਼ਾਂ ਨੂੰ ਭੁਲਾ ਕੇ, ਲੜਨ ਦੀ ਕਲਾ ਨੂੰ ਭੁਲਾ ਕੇ, ਬਲਕਿ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਮੰਤਰ ਪੜ੍ਹਦੇ ਪਏ, ਹਵਨ ਕਰਦੇ ਪਏ, ਪੀਰਾਂ ਫਕੀਰਾਂ ਨੂੰ ਮਨਾਉਂਦੇ ਪਏ ਸਨ। ਸਤਿਗੁਰੂ ਕਹਿੰਦੇ ਕੋਟੀ ਹੂੰ ਪੀਰ ਵਰਜ਼ ਰਹਾਏ, ਜਾਂ ਮੀਰ ਸੁਣਿਆ ਧਾਇਆ। ਕਹਿੰਦੇ ਇੱਥੋਂ ਦੇ ਲੋਕਾਂ ਨੇ ਕਰੋੜਾਂ ਪੀਰ ਮਨਾਏ। ਜਦੋਂ ਪਤਾ ਲੱਗਾ ਮੀਰ ਆ ਰਿਹਾ, ਮੀਰ ਦਾ ਭਾਵ ਬਾਦਸ਼ਾਹ ਆਉਂਦਾ ਪਿਆ ਹੈ, ਜਦੋਂ ਪਤਾ ਲੱਗਾ ਬਾਦਸ਼ਾਹ ਬਾਬਰ ਚੜ੍ਹ ਕੇ ਆ ਰਿਹਾ, ਲੋਕਾਂ ਨੇ ਪੀਰਾਂ ਫਕੀਰਾਂ ਨੂੰ ਮਨਾਉਣਾ ਸ਼ੁਰੂ ਕੀਤਾ, ਮੰਤਰ ਪੜ੍ਹਨੇ ਸ਼ੁਰੂ ਕੀਤੇ। ਪਰ ਮਹਾਰਾਜ ਕਹਿੰਦੇ ਨੇ ਕੋਈ ਮੁਗਲ ਨਾ ਹੋਆ ਅੰਧਾ, ਕਿਨੇ ਨਾ ਪਰਚਾ ਲਾਇਆ। ਨਾ ਕੋਈ ਮੁਗਲ ਅੰਨਾ ਹੋਇਆ, ਨਾ ਕਿਸੇ ਨੇ ਰੱਖਿਆ ਕੀਤੀ, ਬਲਕਿ ਉਹਨਾਂ ਮੁਗਲਾਂ ਨੇ ਇਹਨਾਂ ਲੋਕਾਂ ਨੂੰ ਘਰਾਂ ਚੋਂ ਕੱਢ ਕੇ ਮਾਰਿਆ, ਬੁਰੇ ਤਰੀਕੇ ਦੇ ਨਾਲ ਇਹਨਾਂ ਦਾ ਜਲੂਸ ਕੱਢਿਆ। ਪਰ ਉਹ ਲੋਕ ਜਿਹੜੇ ਸਨ, ਛਤਰੀ ਜਿਹੜੇ ਸਨ, ਉਹ ਆਪਣੇ ਫਰਜ਼ ਨੂੰ ਭੁਲਾ ਚੁੱਕੇ ਸਨ। ਗੁਰਦੇਵ ਕਹਿੰਦੇ ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ। ਮਲੇਸ਼ ਦਾ ਭਾਵ ਇੱਥੋਂ ਦੀ ਬਹੁ ਗਿਣਤੀ, ਇੱਥੋਂ ਦੇ ਪੁਜਾਰੀ ਲੋਕ, ਇੱਥੋਂ ਦੇ ਸਨਾਤਨ ਵਾਲੇ ਲੋਕ ਇਸਲਾਮ ਵਾਲਿਆਂ ਨੂੰ ਮਲੇਸ਼ ਕਹਿੰਦੇ ਸਨ ਤੇ ਇਸਲਾਮ ਵਾਲੇ ਇੱਥੋਂ ਦੇ ਲੋਕਾਂ ਨੂੰ ਕਾਫਰ ਕਹਿੰਦੇ ਸਨ। ਮਹਾਰਾਜ ਕਹਿੰਦੇ ਨੇ ਨਾਲੇ ਤੁਸੀਂ ਉਹਨਾਂ ਨੂੰ ਮਲੇਸ਼ ਕਹਿ ਰਹੇ ਹੋ, ਨਾਲੇ ਉਹਨਾਂ ਦੀ ਬੋਲੀ ਜਿਹੜੀ ਹੈ ਤੁਸੀਂ ਬੋਲਦੇ ਪਏ ਹੋ। ਭਾਵ ਛਤਰੀਆਂ ਨੇ ਆਪਣੀ ਬੋਲੀ ਛੱਡ ਦਿੱਤੀ, ਆਪਣੀ ਮੂਲ ਸੰਸਕ੍ਰਿਤ ਨੂੰ ਤਿਆਗ ਦਿੱਤਾ ਤੇ ਉਹਨਾਂ ਇਸਲਾਮ ਵਾਲਿਆਂ ਦੀ ਬੋਲੀ ਆਪਣੇ ਘਰ ਦੇ ਵਿੱਚ ਬੋਲਣੀ ਸ਼ੁਰੂ ਕਰ ਦਿੱਤੀ, ਜਿਹਨੂੰ ਸਤਿਗੁਰ ਨੇ ਪਵਿੱਤਰ ਗੁਰਬਾਣੀ ਵਿੱਚ ਕਿਹਾ। ਮਹਾਰਾਜ ਕਹਿੰਦੇ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਮਹਾਰਾਜ ਕਹਿੰਦੇ ਹਰ ਘਰ ਦੇ ਵਿੱਚ ਹੁਣ ਇਸਲਾਮ ਵਾਲਿਆਂ ਦੀ ਬੋਲੀ ਬੋਲੀ ਜਾਣ ਲੱਗੀ, ਮੀਆਂ ਬੀਬੀ ਕਿਹਾ ਜਾਣ ਲੱਗਿਆ ਤੇ ਇੱਥੋਂ ਦੇ ਲੋਕਾਂ ਨੇ ਆਪਣੀ ਮੂਲ ਭਾਸ਼ਾ ਸੰਸਕ੍ਰਿਤ, ਆਪਣੀ ਬੋਲੀ ਨੂੰ ਤਿਆਗ ਦਿੱਤਾ ਸੀ। ਸਤਿਗੁਰੂ ਨੇ ਕੱਲਾ ਉਹਨਾਂ ਛਤਰੀਆਂ ਨੂੰ ਨਹੀਂ ਕਿਹਾ, ਅੱਜ ਦੇ ਸਮੇਂ ਦੌਰਾਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਵੀ ਕਹਿ ਰਹੇ ਨੇ, ਸਿੱਖਾਂ ਨੂੰ ਵੀ ਕਹਿ ਰਹੇ, ਸਿੱਖ ਬੱਚੇ ਵੀ ਅੱਜ ਸਹਿਜੇ ਸਹਿਜੇ ਆਪਣੀ ਭਾਸ਼ਾ ਨੂੰ ਤਿਆਗਦੇ ਪਏ ਨੇ
ਤੇ ਇਹ ਵੀ ਆਪਣੀ ਨੂੰ ਤਿਆਗ ਕੇ ਬੋਲੀ ਅਵਰ ਤੁਮਾਰੀ, ਦੂਸਰਿਆਂ ਦੀ ਬੋਲੀ ਬੋਲਣ ਨੂੰ ਬੜੀ ਤਰਜੀਹ ਦਿੰਦੇ ਨੇ, ਉਹਨਾਂ ਦੀ ਬੋਲੀ ਬੋਲਦੇ ਪਏ ਨੇ। ਜੇ ਸਿੱਖ ਬੱਚਾ ਵੀ ਆਪਣੀ ਮਾਤ ਭਾਸ਼ਾ ਨੂੰ ਭੁੱਲੇਗਾ ਤੇ ਸੱਚ ਇਹ ਹੈ ਸਤਿਗੁਰੂ ਸਿੱਖ ਨੂੰ ਵੀ ਕਹਿਣਗੇ ਕਿ ਤੂੰ ਵੀ ਬੋਲੀ ਅਵਰ ਤੁਮਾਰੀ। ਮੈਨੂੰ ਖਿਮਾ ਕਰਿਓ, ਇਹ ਪੰਜਾਬੀ ਤੇ ਹੈ ਹੀ ਇੰਨੀ ਪਵਿੱਤਰ, ਹੈ ਹੀ ਇੰਨੀ ਚੰਗੀ, ਇੰਨੀ ਮਿੱਠ ਬੋਲੜੀ ਕਿ ਇਹਨੂੰ ਇਸਲਾਮ ਵਾਲਿਆਂ ਨੇ ਵੀ ਜਦੋਂ ਪੜ੍ਹਿਆ ਤੇ ਉਹਨਾਂ ਕਵੀਆਂ ਨੇ ਵੀ ਕਹਿ ਦਿੱਤਾ, ਰਵਾਂ ਇੱਥੇ ਤੇ ਯੂਪੀ ਚ ਕਰਾਂ ਗੱਲਾਂ, ਐਸੀ ਸੋਚ ਨੂੰ ਛਿੱਕੇ ਤੇ ਟੰਗਦਾ ਹਾਂ, ਮੈਂ ਪੰਜਾਬੀ ਪੰਜਾਬ ਦਾ ਸਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਭਾਵ ਇੰਨੀ ਪਿਆਰੀ ਭਾਸ਼ਾ ਹੈ। ਸਤਿਗੁਰੂ ਕਹਿੰਦੇ ਉਹਨਾਂ ਛਤਰੀਆਂ ਨੇ ਆਪਣੀ ਬੋਲੀ ਬੋਲਣੀ ਵੀ ਸ਼ੁਰੂ ਕਰ ਦਿੱਤੀ, ਆਪਣੀ ਬੋਲੀ ਵੀ ਤਿਆਗ ਕੇ ਇਸਲਾਮ ਵਾਲਿਆਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ। ਇੱਥੇ ਬਸ ਨੇ, ਉਹਨਾਂ ਨੇ ਆਪਣਾ ਲੜਨਾ ਤਿਆਗਿਆ। ਤੀਸਰੇ ਨੰਬਰ ਤੇ ਇੱਕ ਵੈਸ਼ ਨੂੰ ਰੱਖਿਆ ਗਿਆ। ਉਸ ਵੈਸ਼ ਦਾ ਕੰਮ ਹੈ ਉਹ ਖੇਤੀ ਕਰੇ, ਉਹ ਕਿਰਤ ਕਰੇ, ਉਹ ਵਪਾਰ ਕਰੇ। ਇਹ ਦੋਨੋਂ ਹੀ ਪੁਜਾਰੀ ਤੇ ਛਤਰੀ ਜਿਹੜੇ ਆ, ਇਹਨਾਂ ਦੋਨਾਂ ਦੀ ਵੀ ਪਾਲਣਾ ਜਿਹੜਾ ਉਹ ਵੈਸ਼ ਕਰਦਾ ਪਿਆ ਹੈ। ਚੌਥੇ ਨੰਬਰ ਤੇ ਜਿਹਨੂੰ ਰੱਖਿਆ ਗਿਆ ਉਹ ਹੈ ਗਰੀਬ ਸ਼ੂਦਰ, ਉਹਨੂੰ ਸ਼ੂਦਰ ਕਿਹਾ ਗਿਆ। ਉਹਨੂੰ ਚੌਥੇ ਨੰਬਰ ਤੇ ਰੱਖਿਆ ਗਿਆ। ਉਹਦੀ ਦੁਰਦਸ਼ਾ ਬਹੁਤ ਮਾੜੀ ਕੀਤੀ ਗਈ। ਉਹਨੂੰ ਸਮਾਜ ਦੇ ਵਿੱਚ ਕਿਸੇ ਵੀ ਕੰਮ ਦਾ ਕੋਈ ਅਧਿਕਾਰ ਨਹੀਂ ਹੈ, ਨਾ ਉਹ ਕਿਸੇ ਧਰਮ ਦੇ ਸਥਾਨ ਤੇ ਜਾ ਸਕਦਾ ਹੈ, ਨਾ ਕੋਈ ਧਰਮ ਦੇ ਗ੍ਰੰਥ ਨੂੰ ਪੜ੍ਹ ਸਕਦਾ ਹੈ, ਨਾ ਸੁਣ ਸਕਦਾ ਹੈ, ਨਾ ਸਮਾਜ ਦੇ ਵਿੱਚ ਕੋਈ ਉਹਦਾ ਆਦਰ ਮਾਣ ਸਤਿਕਾਰ ਹੈ। ਬਲਕਿ ਪਸ਼ੂਆਂ ਦੀ ਤਰ੍ਹਾਂ ਉਹਨਾਂ ਦੇ ਗਲਾਂ ਦੇ ਵਿੱਚ ਟੱਲੀਆਂ ਪਾ ਦਿੱਤੀਆਂ ਗਈਆਂ ਕਿ ਜਦੋਂ ਕਿਤੇ ਲੰਘਦਾ ਹੋਵੇ ਟੱਲੀ ਦਾ ਖੜਾਕ ਆਵੇ, ਇਹਦਾ ਪਰਛਾਵਾਂ ਵੀ ਕਿਤੇ ਬ੍ਰਾਹਮਣ ਦੇ ਉੱਪਰ ਨਾ ਪੈ ਜਾਵੇ। ਇੱਕ ਖੂਹ ਦੇ ਉੱਪਰੋਂ ਜਿਹੜਾ ਪੁਜਾਰੀ ਦਾ ਖੂਹ ਹੋਵੇ, ਉੱਥੇ ਕਿਤੇ ਕੁੱਤਾ ਆਣ ਕੇ ਪਾਣੀ ਪੀ ਜਾਵੇ ਤੇ ਕੋਈ ਗੱਲ ਨਹੀਂ, ਮੈਨੂੰ ਖਿਮਾ ਕਰਿਓ ਜੇ, ਪਰ ਜੇ ਕਿਤੇ ਉੱਥੇ ਸ਼ੂਦਰ ਦਾ ਪਰਛਾਵਾਂ ਵੀ ਪੈ ਜਾਵੇ ਤੇ ਪੁਜਾਰੀ ਉੱਥੋਂ ਕਦੇ ਪਾਣੀ ਤੱਕ ਨਹੀਂ ਸੀ ਪੀਂਦਾ। ਉਹਨਾਂ ਨੂੰ ਇੰਨਾ ਦੁਰਕਾਰਿਆ ਗਿਆ ਇੱਥੋਂ ਤੱਕ ਕਿ ਧਰਮ ਦਾ ਕੋਈ ਕੰਮ ਕਰਨ ਦਾ ਉਹਨਾਂ ਨੂੰ ਅਧਿਕਾਰ ਨਹੀਂ ਹੈ। ਭਗਤ ਨਾਮਦੇਵ ਜੀ, ਕਬੀਰ ਸਾਹਿਬ ਜੀ, ਰਵਿਦਾਸ ਜੀ, ਉਹਨਾਂ ਸਾਰਿਆਂ ਨੂੰ ਸ਼ੂਦਰ ਕਹਿ ਕੇ ਬੜਾ ਦੁਰਕਾਰਿਆ ਗਿਆ, ਪਛਾੜਿਆ ਗਿਆ। ਉਹਨਾਂ ਨੇ ਆਪਣੀ ਪਵਿੱਤਰ ਗੁਰਬਾਣੀ ਦੇ ਰਾਹੀਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ। ਭਗਤ ਨਾਮਦੇਵ ਜੀ ਕਹਿੰਦੇ ਮੈਂ ਧਰਮ ਦੇ ਮਾਰਗ ਤੇ ਚੱਲਿਆ ਤੇ ਜਦੋਂ ਪ੍ਰਮਾਤਮਾ ਵਾਲੇ ਮਾਰਗ ਤੇ ਚੱਲਿਆ, ਭਗਤੀ ਦੇ ਮਾਰਗ ਤੇ ਚੱਲਿਆ ਤੇ ਇੱਥੋਂ ਦੇ ਪੁਜਾਰੀ ਜਿਹੜੇ ਸਨ ਉਹ ਮੇਰੇ ਰਸਤੇ ਦੇ ਵਿੱਚ ਰੁਕਾਵਟ ਬਣੇ। ਕਿਉਂ? ਕਹਿੰਦੇ ਇਹਨੂੰ ਅਧਿਕਾਰ ਕੋਈ ਨਹੀਂ ਹੈ। ਜੇ ਕੋਈ ਗਰੀਬ ਸ਼ੂਦਰ ਆਪਣੀ ਜ਼ੁਬਾਨ ਨਾਲ ਧਰਮ ਦਾ ਗ੍ਰੰਥ ਪੜ੍ਹ ਲਵੇ, ਉਹਦੀ ਜ਼ੁਬਾਨ ਕੱਟ ਦਿੱਤੀ ਜਾਂਦੀ। ਜੇ ਕੋਈ ਗਰੀਬ ਸ਼ੂਦਰ ਆਪਣੇ ਕੰਨਾਂ ਦੇ ਨਾਲ ਧਰਮ ਦਾ ਗ੍ਰੰਥ ਦਾ ਪਾਠ ਸੁਣ ਲਵੇ, ਉਹਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ। ਭਾਵ ਇੰਨੀ ਮਾੜੀ ਦਸ਼ਾ ਜਿਹੜੀ ਉਸ ਗਰੀਬ ਸ਼ੂਦਰ ਦੀ ਕੀਤੀ ਗਈ। ਭਗਤ ਜੀ ਕਹਿੰਦੇ ਨੇ ਜਦੋਂ ਮੈਂ ਵੀ ਉਸ ਧਰਮ ਦੇ ਮਾਰਗ ਤੇ ਚੱਲਿਆ, ਹਸਤ ਖੇਲਤ ਤੇਰੇ ਦੋਹਰੇ ਆਇਆ, ਭਗਤ ਕਰਤ ਨਾਮਾ ਪਕਰੇ ਉਠਾਇਆ, ਹੀਨੜੀ ਜਾਤ ਮੇਰੀ ਜਾਦ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਕਹਿੰਦੇ ਇਹ ਲੋਕ ਕਹਿੰਦੇ ਨੇ ਕਿ ਤੈਨੂੰ ਧਰਮ ਦੇ ਮਾਰਗ ਤੇ ਚੱਲਣ ਦਾ ਕੋਈ ਅਧਿਕਾਰ ਨਹੀਂ, ਬਲਕਿ ਇੱਥੋਂ ਤੱਕ ਭਗਤ ਜੀ ਕਹਿੰਦੇ ਨੇ ਛੂਦ ਕਰ ਮਾਰੇ ਉਠਾਇਓ, ਕਹਾਂ ਕਰੂੰ ਬਾਪ ਬੈਠਲਾ। ਇਹਨਾਂ ਲੋਕਾਂ ਨੇ ਮੈਨੂੰ ਸ਼ੂਦਰ ਕਹਿ ਕੇ ਮਾਰਿਆ, ਦੁਰਕਾਰਿਆ। ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਜਿਹੜੇ ਬਨਾਰਸ ਦੇ ਆਲੇ ਦੁਆਲੇ ਪਸ਼ੂਆਂ ਨੂੰ ਢੋਣ ਦਾ ਕੰਮ ਕਰਦੇ ਨੇ, ਕਹਿੰਦੇ ਇਹਨਾਂ ਪੁਜਾਰੀਆਂ ਨੇ ਮੈਨੂੰ ਚਮਾਰ ਕਹਿ ਕੇ ਬਹੁਤ ਦੁਰਕਾਰਿਆ। ਕਹਿੰਦੇ ਤੈਨੂੰ ਕੋਈ ਹੱਕ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਇਹਨਾਂ ਲੋਕਾਂ ਨੇ ਜ਼ੁਲਾਹਾ ਕਹਿ ਕੇ ਦੁਰਕਾਰਿਆ। ਕਹਿੰਦੇ ਤੂੰ ਨੀਵੀਂ ਜਾਤ ਦਾ ਹੈ। ਬਲਕਿ ਸੂਰਬੀਰ ਉਹ ਭਗਤ ਕਬੀਰ ਸਾਹਿਬ, ਉਹਨਾਂ ਨੇ ਐਸੀ ਦਲੀਲ ਸੰਸਾਰ ਦੇ ਸਾਹਮਣੇ ਰੱਖੀ ਜਿਹਦਾ ਜਵਾਬ ਕਿਸੇ ਦੇ ਕੋਲ ਨਹੀਂ ਸੀ। ਭਗਤ ਕਬੀਰ ਸਾਹਿਬ ਨੇ ਕਿਹਾ ਜੋ ਤੂੰ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ। ਸੱਚ ਇਹ ਸੀ ਉਹਨਾਂ ਦੀ ਇਸ ਗੱਲ ਦਾ ਕਿਸੇ ਦੇ ਕੋਲ ਕੋਈ ਜਵਾਬ ਨਹੀਂ ਸੀ। ਤੂੰ ਮੈਨੂੰ ਗਰੀਬ ਸ਼ੂਦਰ ਕਹਿਣਾ ਹੈ, ਤੂੰ ਆਪਣੇ ਆਪ ਨੂੰ ਵੱਡਾ ਪੁਜਾਰੀ ਆਖਦਾ ਹੈ। ਤੂੰ ਕਿਵੇਂ ਵੱਡਾ ਹੋਇਆ, ਮੈਂ ਕਿਵੇਂ ਛੋਟਾ ਹੋਇਆ? ਦੱਸ, ਜਦੋਂ ਸੰਸਾਰ ਤੇ ਪੈਦਾ ਹੋਣ ਦੀ ਕਿਰਿਆ ਇੱਕ ਹੈ, ਇਹ ਸਾਰਿਆਂ ਦਾ ਸਰੀਰ ਇੱਕ ਹੈ, ਫਿਰ ਸਾਡੇ ਦੋਵਾਂ ਦੇ ਵਿੱਚ ਕੀ ਅੰਤਰ ਹੈ? ਭਗਤ ਜੀ ਦੇ ਇਹਨਾਂ ਬੋਲਾਂ ਦਾ ਕਿਸੇ ਦੇ ਕੋਲ ਕੋਈ ਜਵਾਬ ਨਹੀਂ ਸੀ। ਕਹਿਣ ਦਾ ਭਾਵ ਕਿ ਸ਼ੂਦਰ ਦੀ ਦਸ਼ਾ ਬੜੀ ਮਾੜੀ ਕੀਤੀ ਗਈ। ਇੱਥੋਂ ਤੱਕ ਜਿਸ ਰਾਮ ਰਾਜ ਦੀ ਅੱਜ ਗੱਲ ਕੀਤੀ ਜਾਂਦੀ ਹੈ, ਉਸ ਰਾਮ ਜੀ ਦੇ ਰਾਜ ਦੇ ਵਿੱਚ ਵੀ ਇੱਕ ਸ਼ੰਭੂਕ ਨਾਮ ਦੇ ਸ਼ੂਦਰ ਦਾ ਸਿਰ ਵੜ ਦਿੱਤਾ ਗਿਆ। ਉਹਦਾ ਦੋਸ਼ ਕੇਵਲ ਇੰਨਾ ਸੀ ਕਿ ਉਹ ਸ਼ੂਦਰ ਹੋ ਕੇ ਭਗਤੀ ਕਰਨ ਲੱਗ ਗਿਆ। ਰਾਮ ਜੀ ਦੇ ਰਾਜ ਵਿੱਚ ਵੀ ਸ਼ੂਦਰ ਨੂੰ ਭਗਤੀ ਕਰਨ ਦਾ ਕੋਈ ਹੱਕ ਨਹੀਂ ਹੈ। ਇਦਾਂ ਕਰਕੇ
ਇਹ ਜਿਹੜਾ ਸਮਾਜ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਪਹਿਲੇ ਨੰਬਰ ਤੇ ਬ੍ਰਾਹਮਣ, ਦੂਸਰੇ ਨੰਬਰ ਤੇ ਛਤਰੀ, ਤੀਸਰੇ ਨੰਬਰ ਤੇ ਵੈਸ਼, ਚੌਥੇ ਨੰਬਰ ਦੇ ਉੱਪਰ ਜਿਹੜਾ ਉਹ ਸ਼ੂਦਰ ਨੂੰ ਰੱਖਿਆ ਗਿਆ। ਤੇ ਐਵੇਂ ਇਹ ਸਮਾਜ ਦੀਆਂ ਵੰਡੀਆਂ ਪਈਆਂ ਹੋਈਆਂ ਸਨ। ਇੱਥੋਂ ਤੱਕ ਕਹਿ ਦਿੱਤਾ ਸ਼ੂਦਰ ਪਸ਼ੂ ਢੋਰ ਅਰ ਨਾਰੀ ਜੇ ਪੰਚੋ ਤਾੜਨ ਕੇ ਅਧਿਕਾਰੀ। ਤੁਲਸੀਦਾਸ ਵਰਗੇ ਕਵੀਆਂ ਨੇ ਕਿਹਾ, ਕਹਿੰਦੇ ਇਹਨਾਂ ਨੂੰ ਤਾੜ ਕੇ ਰੱਖਣਾ ਚਾਹੀਦਾ ਹੈ। ਤੇ ਸੱਚਮੁੱਚ ਉਸ ਵਕਤ ਜਿਹੜੇ ਧਰਮਾਂ ਦੇ ਆਗੂ ਸਨ, ਇੱਕ ਪਾਸੇ ਇਹ ਬ੍ਰਾਹਮਣ ਹੈ, ਦੂਸਰੇ ਪਾਸੇ ਉਹ ਜਿਹੜਾ ਇਸਲਾਮ ਦਾ ਕਾਜ਼ੀ ਹੈ, ਉਹਨਾਂ ਦੋਵਾਂ ਦੇ ਵਿੱਚ ਝਗੜਾ ਚੱਲਦਾ ਪਿਆ ਹੈ। ਬ੍ਰਾਹਮਣ ਕਹਿੰਦਾ ਹੈ ਕਿ ਮੇਰੇ ਧਰਮ ਦੇ ਗ੍ਰੰਥ ਚੰਗੇ ਹੈ, ਤੇ ਕਾਜ਼ੀ ਕਹਿੰਦਾ ਨਹੀਂ ਮੇਰੇ ਧਰਮ ਦੇ ਗ੍ਰੰਥ ਚੰਗੇ ਹੈ। ਬ੍ਰਾਹਮਣ ਕਹਿੰਦਾ ਜੇ ਮੁਕਤੀ ਪ੍ਰਾਪਤ ਕਰਨੀ ਹੈ, ਰੱਬ ਨੂੰ ਪ੍ਰਾਪਤ ਕਰਨਾ ਹੈ, ਤੈਨੂੰ ਪੂਰਬ ਵਾਲੇ ਪਾਸੇ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਆਉਣਾ ਪਵੇਗਾ। ਕਾਜ਼ੀ ਕਹਿੰਦਾ ਨਹੀਂ, ਜੇ ਤੂੰ ਰੱਬ ਦੀ ਪ੍ਰਾਪਤੀ ਕਰਨੀ ਹੈ ਤੈਨੂੰ ਮੱਕੇ ਦੇ ਵਿੱਚ ਆਣ ਕੇ ਸਿਰ ਨਵਾਉਣਾ ਪਵੇਗਾ। ਬ੍ਰਾਹਮਣ ਕਹਿੰਦਾ ਨਹੀਂ, ਜੇ ਤੂੰ ਰੱਬ ਦੀ ਪ੍ਰਾਪਤੀ ਕਰਨੀ ਤੈਨੂੰ ਮੱਥੇ ਤੇ ਤਿਲਕ ਲਾਉਣਾ ਪਏਗਾ, ਤੈਨੂੰ ਜਨੇਊ ਪਾਉਣਾ ਪਏਗਾ, ਤੈਨੂੰ ਧੋਤੀ ਬੰਨਣੀ ਪੈਗੀ। ਕਾਜ਼ੀ ਕਹਿੰਦਾ ਨਹੀਂ, ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਅਸਲ ਵਿੱਚ ਤੈਨੂੰ ਸੁਨਤ ਕਰਾਉਣੀ ਪਏਗੀ। ਝਗੜਾ ਚੱਲਦਾ ਪਿਆ ਹੈ, ਜਿਹਦਾ ਜ਼ਿਕਰ ਕਰਦਿਆਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕੱਬਰੀ ਖਿੱਚੋ ਤਾਣ ਕਰੇਣ ਤੰਗਾਣੇ, ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ। ਕਹਿੰਦੇ ਨੇ ਇੱਕ ਪਾਸੇ ਕਹਿੰਦੇ ਗੰਗਾ ਦੇ ਉੱਪਰ ਆ, ਦੂਸਰੇ ਪਾਸੇ ਕਹਿੰਦੇ ਮੱਕੇ ਦੇ ਵਿੱਚ ਆ। ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਬਾਣੇ, ਬੇਦ ਕਤੇਬ ਭੁਲਾਏ ਕੈ ਮੋਹੇ ਲਾਲਚ ਦੁਨੀ ਸ਼ਤਾਣੇ। ਭਾਈ ਗੁਰਦਾਸ ਸਾਹਿਬ ਕਹਿੰਦੇ ਅਸਲ ਵਿੱਚ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੁਲਾਣੇ। ਇਹਨਾਂ ਵੇਦਾਂ ਦੇ ਵਿੱਚ, ਇਹਨਾਂ ਕਤੇਬਾਂ ਦੇ ਵਿੱਚ ਸੱਚ ਕਿਹੜਾ ਲਿਖਿਆ ਹੈ ਉਹਦੀ ਸਮਝ ਇਹਨਾਂ ਦੋਵਾਂ ਨੂੰ ਨਹੀਂ, ਨਾ ਬ੍ਰਾਹਮਣ ਨੂੰ ਨਾ ਕਾਜ਼ੀ ਨੂੰ। ਇਹ ਦੋਵੇਂ ਅਸਲ ਦੇ ਵਿੱਚ ਲੜਦੇ ਪਏ ਨੇ, ਮੋਹ ਦੇ ਵਿੱਚ ਫਸੇ ਹੋਏ ਸ਼ੈਤਾਨ ਬਣੇ ਹੋਏ ਨੇ ਤੇ ਝਗੜਾ ਖੜਾ ਕਰਕੇ ਬੈਠੇ ਐ। ਅਸਲ ਪ੍ਰਮਾਤਮਾ ਦੀ ਇਹਨਾਂ ਨੂੰ ਸਮਝ ਕੋਈ ਨਹੀਂ। ਦੋਵਾਂ ਨੇ ਝਗੜਾ ਪਾਇਆ ਹੋਇਆ। ਇੱਥੇ ਬਸ ਨੇ ਇਹਨਾਂ ਦੇ ਵਿੱਚੋਂ ਇੱਕ ਤੀਸਰਾ ਹੋਰ ਧਰਮ ਦਾ ਆਗੂ ਹੈ, ਉਹ ਹੈ ਜੋਗੀ ਤੇ ਸਿੱਧ ਲੋਕ, ਜਿਹੜੇ ਘਰ ਪਰਿਵਾਰ ਛੱਡ ਕੇ ਜੰਗਲਾਂ ਤੇ ਪਹਾੜਾਂ ਦੇ ਵਿੱਚ ਜਾ ਕੇ ਬੈਠ ਗਏ। ਕਹਿੰਦੇ ਨੇ ਕਿ ਇੱਥੇ ਘਰ ਵਿੱਚ ਬੈਠ ਕੇ ਰੱਬ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ, ਇੱਥੇ ਬੈਠ ਕੇ ਰੱਬ ਨਹੀਂ ਮਿਲਦਾ। ਇਹ ਘਰ ਜਿਹੜਾ ਬਹੁਤ ਮਾੜਾ, ਇਹ ਕਾਲਖ ਹੁੰਦੀ ਹੈ, ਇਹਨੂੰ ਛੱਡ ਕੇ ਜੰਗਲਾਂ ਤੇ ਪਹਾੜਾਂ ਵਿੱਚ ਚਲੇ ਗਏ। ਮਹਾਰਾਜ ਨੇ ਪਵਿੱਤਰ ਗੁਰਬਾਣੀ ਵਿੱਚ ਉਹਦਾ ਵੀ ਜ਼ਿਕਰ ਕਰਦਿਆਂ ਕਿਹਾ, ਸਤਿਗੁਰੂ ਕਹਿੰਦੇ ਨੇ ਇਸ ਜੋਗੀ ਨੂੰ ਵੀ ਰੱਬ ਦੀ ਸਮਝ ਕੋਈ ਨਹੀਂ, ਬਲਕਿ ਇਹ ਸਿਰ ਦੇ ਵਿੱਚ ਸਵਾਹ ਪਾ ਕੇ ਜੜਾਵਾਂ ਵਧਾ ਕੇ ਤੁਰਿਆ ਫਿਰਦਾ ਹੈ। ਗੁਰਦੇਵ ਕਹਿੰਦੇ ਜੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ। ਤੂੰ ਅਸਲ ਜੋਗ ਨੂੰ ਤੂੰ ਵੀ ਨਹੀਂ ਸਮਝਿਆ, ਤੂੰ ਸਿਰ ਦੇ ਵਿੱਚ ਸਵਾਹ ਪਾ ਕੇ ਬਿਨਾਂ ਕਾਰਨ ਤੁਰਿਆ ਫਿਰਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਸਿੱਧ ਛੁਪ ਬੈਠੇ ਪਰਬਤੀ। ਇਹ ਸਿੱਧ ਜਿਹੜੇ ਨੇ ਪਹਾੜਾਂ ਤੇ ਲੋਕੇ ਬੈਠੇ ਹੋਏ ਨੇ। ਸਿੱਧ ਛੁਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਜੋਗੀ ਗਿਆਨ ਵਿਹੂਣਿਆ, ਨਿਸ ਦਿਨ ਅੰਗ ਲਗਾਏ ਨਿਸ਼ਾਰਾ, ਬਾਜ ਗੁਰੂ ਡੂਬਾ ਜਗ ਸਾਰਾ। ਬਲਕਿ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਤੋਂ ਬਿਨਾਂ ਸਾਰਾ ਸੰਸਾਰ ਹੀ ਡੁੱਬਿਆ ਹੋਇਆ ਹੈ, ਅਗਿਆਨਤਾ ਦੇ ਵਿੱਚ ਹੈ, ਹਨੇਰੇ ਦੇ ਵਿੱਚ ਹੈ। ਜਿਸ ਵਕਤ ਉਹ ਸਿੱਧ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਿਲੇ, ਮੇਰੇ ਬਾਬੇ ਨੂੰ ਕਹਿੰਦੇ ਨੇ, ਕਹਿੰਦੇ ਨਾਨਕ ਤੈਨੂੰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਕਿਉਂ? ਕਹਿਣ ਲੱਗੇ ਕਿਉਂਕਿ ਨਾਨਕ ਜਿਵੇਂ ਦੁੱਧ ਨੂੰ ਰਿੜਕਣ ਤੋਂ ਬਾਅਦ ਉਹਦੇ ਵਿੱਚ ਕਾਂਜੀ ਪਾ ਦਈਏ ਤੇ ਉਹਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਮੱਖਣ ਨਹੀਂ ਨਿਕਲਦਾ, ਬਲਕਿ ਦੁੱਧ ਜਿਹੜਾ ਫੁੱਟ ਜਾਂਦਾ ਹੈ। ਕਹਿੰਦੇ ਨਾਨਕ ਤੂੰ ਇੱਕ ਪਾਸੇ ਧਰਮੀ ਹੈ, ਦੂਸਰੇ ਪਾਸੇ ਤੂੰ ਗ੍ਰਸਤੀ ਵੀ ਹੈ, ਇਸ ਕਰਕੇ ਤੂੰ ਗ੍ਰਸਤ ਦੀ ਕਾਂਜੀ ਪਾਈ ਹੈ, ਤੈਨੂੰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮਹਾਰਾਜ ਕਹਿਣ ਲੱਗੇ ਜਿਹੜੇ ਗ੍ਰਸਤ ਨੂੰ ਤੁਸੀਂ ਇੰਨਾ ਹੀ ਮਾੜਾ ਕਹਿੰਦੇ ਹੋ, ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਕੇ ਘਰ ਮੰਗਣ ਜਾਈ। ਜਿਹੜੇ ਗ੍ਰਸਤ ਨੂੰ ਤੁਸੀਂ ਇੰਨਾ ਹੀ ਮਾੜਾ ਕਹਿੰਦੇ ਹੋ, ਜਦੋਂ ਭੁੱਖ ਲੱਗਦੀ ਲੋਟੇ ਲੈ ਕੇ ਉਹਨਾਂ ਦੇ ਘਰ ਵਿੱਚ ਮੰਗਣ ਵਾਸਤੇ ਕਿਉਂ ਜਾਂਦੇ ਹੋ, ਫਿਰ ਕਿਉਂ ਮੰਗਦੇ ਹੋ? ਉਹ ਤੀਸਰੇ ਨੰਬਰ ਤੇ ਕਾਜ਼ੀ ਹੈ, ਦੂਸਰਾ ਬ੍ਰਾਹਮਣ ਹੈ, ਤੀਸਰੇ ਉਹ ਸਿੱਧ ਤੇ ਜੋਗੀ ਲੋਕ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੁਬਾਰਕ ਬਚਨ ਕਰਦਿਆਂ ਇਹਨਾਂ ਤਿੰਨਾਂ ਦਾ ਜ਼ਿਕਰ ਕਰਦਿਆਂ ਧਨਾਸਰੀ ਰਾਗ ਦੇ ਅੰਦਰ ਇੱਕੋ ਪੰਕਤੀ ਦੇ ਵਿੱਚ ਕਿਹਾ, ਸਤਿਗੁਰੂ ਕਹਿੰਦੇ ਇਹਨਾਂ ਤਿੰਨਾਂ ਨੇ ਮੰਨ ਲਓ ਸਮਾਜ ਨੂੰ ਉਜਾੜ ਕੇ ਰੱਖ ਦਿੱਤਾ ਹੈ। ਪੁੱਛਿਆ ਸਤਿਗੁਰੂ ਕਿਵੇਂ?
ਗੁਰਦੇਵ ਕਹਿੰਦੇ ਕਾਜ਼ੀ ਝੂਠ ਬੋਲ ਬੋਲ ਕੇ ਲੋਕਾਂ ਦੀ ਮੈਲ ਖਾ ਰਿਹਾ ਹੈ, ਝੂਠੇ ਫੈਸਲੇ ਕਰਦਾ ਪਿਆ ਹੈ। ਬ੍ਰਾਹਮਣ ਝੂਠ ਬੋਲ ਬੋਲ ਕੇ ਆਪਣੇ ਹੀ ਲੋਕਾਂ ਦਾ ਜੀ ਘਾਤ ਕਰਦਾ ਪਿਆ ਹੈ ਤੇ ਜੋਗੀ ਨੂੰ ਸਮਝ ਕੋਈ ਨਹੀਂ, ਉਹ ਸਵਾਹ ਪਾ ਕੇ ਤੁਰਿਆ ਫਿਰਦਾ ਹੈ। ਮੰਨ ਲਓ ਇਹਨਾਂ ਤਿੰਨਾਂ ਨੇ ਸਮਾਜ ਨੂੰ ਉਜਾੜ ਕੇ ਰੱਖ ਦਿੱਤਾ। ਮੇਰੇ ਬਾਬੇ ਨੇ ਕਿਹਾ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਸਤਿਗੁਰੂ ਕਹਿੰਦੇ ਇਹਨਾਂ ਤਿੰਨਾਂ ਨੇ ਸਮਾਜ ਨੂੰ ਜਿਹੜਾ ਉਜਾੜ ਕੇ ਰੱਖਿਆ ਹੋਇਆ ਹੈ, ਆਪਸ ਵਿੱਚ ਝਗੜਾ ਕਰਦੇ ਪਏ ਨੇ। ਜਦੋਂ ਰਾਜਨੀਤਿਕ ਪ੍ਰਬੰਧ ਚੰਗਾ ਨਹੀਂ ਰਿਹਾ, ਧਰਮ ਦੇ ਲੋਕ ਚੰਗੇ ਨਹੀਂ ਰਹੇ ਤੇ ਸਮਾਜ ਦੇ ਕੋਲੋਂ ਵੀ ਬਹੁਤੀ ਕੋਈ ਆਸ ਨਹੀਂ ਸੀ ਰੱਖੀ ਜਾ ਸਕਦੀ। ਸਮਾਜ ਦੇ ਲੋਕ ਜਿਹਦੇ ਵਿੱਚ ਪਰਿਵਾਰ ਹੈ, ਆਲਾ ਦੁਆਲਾ ਹੈ, ਪਤੀ ਪਤਨੀ ਦੇ ਵਿੱਚ ਪ੍ਰੇਮ ਹੁੰਦਾ, ਇੱਕ ਪਿਆਰ ਦੀ ਭਾਵਨਾ ਹੁੰਦੀ ਹੈ। ਸਤਿਗੁਰੂ ਕਹਿੰਦੇ ਉਹ ਪਿਆਰ ਦੀ ਕੋਈ ਭਾਵਨਾ ਨਜ਼ਰ ਨਹੀਂ ਆਉਂਦੀ। ਪੁੱਛਿਆ ਮਹਾਰਾਜ ਕਿਉਂ? ਗੁਰਦੇਵ ਕਹਿੰਦੇ ਜਿਹੜੇ ਪਤੀ ਨੇ, ਜਿਹੜੇ ਪੁਰਸ਼ ਨੇ, ਉਹ ਸ਼ਿਕਾਰੀ ਬਣੇ ਹੋਏ ਆ। ਸਤਿਗੁਰੂ ਫਿਰ ਮਹਾਰਾਜ ਕਹਿੰਦੇ ਨੇ ਇਸਤਰੀਆਂ ਜਿਹੜੀਆਂ ਉਹਨਾਂ ਦੀਆਂ ਸਲਾਹਕਾਰ ਬਣ ਗਈਆਂ ਕਿ ਘਰੋਂ ਜਾ ਕੇ ਪੈਸੇ ਲੈ ਕੇ ਆਉਣੇ ਆ, ਕਿਸੇ ਦਾ ਸ਼ਿਕਾਰ ਕਰਕੇ ਲਿਆਓ, ਧੋਖਾ ਕਰਕੇ, ਕਿਵੇਂ ਨਾ ਕਿਵੇਂ ਘਰ ਦੇ ਵਿੱਚ ਪੈਸਾ ਚਾਹੀਦਾ, ਪਿਆਰ ਦੀ ਉੱਥੇ ਭਾਵਨਾ ਕੋਈ ਨਹੀਂ। ਮਹਾਰਾਜ ਨੇ ਮੁਬਾਰਕ ਬੋਲ ਕੇ ਗੁਰਦੇਵ ਕਹਿੰਦੇ ਨੇ ਰੰਨਾ ਹੋਈਆਂ ਬੋਧੀਆਂ, ਪੁਰਸ਼ ਹੋਏ ਸ਼ਯਾਦ, ਸੀਲ ਸੰਜਮ ਸੁੱਚ ਭੰਨੀ, ਖਾਣਾ ਖਾਜ ਆਹਾਜ, ਸ਼ਰਮ ਗਿਆ ਘਰ ਆਪਣੇ, ਪਾਤੇ ਉੱਠ ਚੱਲੀ ਨਾਲ, ਨਾ ਕਿਸੇ ਨੂੰ ਕੋਈ ਸ਼ਰਮ ਹੈ ਤੇ ਨਾ ਕਿਸੇ ਦੀ ਕੋਈ ਇੱਜ਼ਤ ਹੈ। ਇਹਨਾਂ ਹੀ ਮੁਬਾਰਕ ਬੋਲਾਂ ਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਇਸਤਰੀ ਪੁਰਖ ਹੈ ਦਾਮ ਹਿਤ, ਭਾਵੇਂ ਆਏ ਕਥਾਊ ਜਾਈ। ਦਾਮ ਦਾ ਭਾਵ ਵਪਾਰ, ਪੈਸਾ। ਕਹਿੰਦੇ ਇਸਤਰੀ ਤੇ ਪੁਰਸ਼ ਦੇ ਵਿੱਚ ਵੀ ਵਪਾਰ ਬਣਿਆ ਹੋਇਆ ਹੈ, ਪਿਆਰ ਨਾਂ ਦੀ ਕੋਈ ਚੀਜ਼ ਨਹੀਂ। ਭਾਵੇਂ ਆਏ ਕਥਾਊ ਜਾਈ, ਭਾਵੇਂ ਜਿੱਥੋਂ ਮਰਜ਼ੀ ਜਿਹੜਾ ਮਰਜ਼ੀ ਆਵੇ ਤੇ ਜਿੱਥੇ ਮਰਜ਼ੀ ਚਲਿਆ ਜਾਏ। ਸਤਿਗੁਰੂ ਕਹਿੰਦੇ ਇਹ ਪਰਿਵਾਰ ਸਮਾਜ ਵੀ ਕੋਈ ਬਹੁਤਾ ਚੰਗਾ ਨਹੀਂ ਰਿਹਾ, ਬਲਕਿ ਭਾਈ ਗੁਰਦਾਸ ਸਾਹਿਬ ਨੇ ਇੱਥੋਂ ਤੱਕ ਕਹਿ ਦਿੱਤਾ। ਉਹ ਕਹਿੰਦੇ ਨੇ ਇਸ ਕਲਯੁਗ ਦੇ ਵਿੱਚ, ਸੰਸਾਰ ਦੇ ਵਿੱਚ, ਕਲ ਲਾਈ ਕੁੱਤੇ ਮੋਹੀ, ਖਾਜ ਹੁਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵੰਦੇ ਉਲਟੀ ਵਾੜ, ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਲਾਈ। ਇਹ ਪਰਜਾ ਜਿਹੜੀ ਗਿਆਨ ਤੋਂ ਬਿਨਾ ਅੰਨੀ ਹੈ ਔਰ ਇਸ ਪਰਜਾ ਨੂੰ ਸਮਝ ਕੋਈ ਨਹੀਂ। ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਲਾਈ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਚੇਲੇ ਸਾਜ ਵਜਾਏਂਦੇ, ਨੱਚਣ ਗੁਰੂ ਬਹੁਤ ਵਿਦ ਭਾਈ। ਜਿਹੜੇ ਚੇਲੇ ਨੇ ਉਹ ਸਾਜ ਵਜਾਉਂਦੇ ਨੇ, ਗੁਰੂ ਜਿਹੜੇ ਆ ਉਹਨਾਂ ਚੇਲਿਆਂ ਦੇ ਇਸ਼ਾਰਿਆਂ ਤੇ ਨੱਚਦੇ ਪਏ ਨੇ। ਤੇ ਚੇਲੇ ਬੈਠੇ ਘਰਾਂ ਵਿੱਚ, ਗੁਰੂ ਉੱਠ ਕਰੇ ਤਨਾੜੇ ਜਾਈ। ਸੇਵਕ ਆਪਣੇ ਘਰਾਂ 'ਚ ਬੈਠੇ, ਗੁਰੂ ਉਹਨਾਂ ਦੇ ਘਰ ਵਿੱਚ ਮੰਗਣ ਵਾਸਤੇ ਜਾਂਦੇ ਪਏ ਨੇ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਮੈਨੂੰ ਪੁੱਛਣਾ ਚਾਹੁੰਦੇ ਹੋ ਤੇ ਸਾਚਿਆ ਵਰਤਿਆ ਪਾਪ ਸਭ ਜਗ ਮਾਹੀ। ਕਹਿੰਦੇ ਸਾਰੇ ਸੰਸਾਰ ਤੇ ਅਸਲ ਵਿੱਚ ਪਾਪ ਜਿਹੜਾ ਉਹ ਵਰਤ ਗਿਆ ਹੈ, ਇੱਥੇ ਧਰਮ ਨਾਂ ਦੀ ਚੀਜ਼ ਕੋਈ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਸੱਚ ਇਹ ਹੈ ਧਰਮ ਜਿਹੜਾ ਖੰਭ ਲਾ ਕੇ ਕਿਤੇ ਦੂਰ ਉੱਡ ਗਿਆ ਹੋਵੇ, ਸੱਚ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ, ਦਿਸੇ ਨਹੀਂ ਕਹਿ ਚੜਿਆ। ਇੱਥੇ ਮੱਸਿਆ ਦੀ ਕਾਲੀ ਬੋਲੀ ਰਾਤ ਹੈ, ਸੱਚ ਦਾ ਚੰਦਰਮਾ ਕਿਤੇ ਵੀ ਨਜ਼ਰ ਨਹੀਂ ਆਉਂਦਾ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੇ ਧਰਮ ਦੇ 4 ਪੈਰ ਸੀ, ਉਹਨਾਂ 4 ਪੈਰਾਂ ਦੇ ਵਿੱਚੋਂ ਧਰਮ ਜਿਹੜਾ ਹੈ 3 ਪੈਰ ਹੀ ਉਹਦੇ ਖਤਮ ਹੋ ਗਏ, ਕੇਵਲ 1 ਪੈਰ ਤੇ ਖੜਾ ਹੈ। ਕਹਿੰਦੇ ਖੜਾ ਇੱਕ ਤੇ ਪੈਰ ਤੇ, ਧੌਲ ਉਡੀਨਾ ਨਿਸ ਦਿਨ ਰੋਆ, ਥੰਮੇ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ। ਕਹਿੰਦੇ ਇਸ ਧਰਮ ਨੂੰ ਕੌਣ ਬਚਾਵੇ? ਇੱਕ ਗੁਰੂ ਬਚਾ ਸਕਦਾ ਹੈ। ਤੇ ਗੁਰੂ ਇਸ ਸੰਸਾਰ ਦੇ ਵਿੱਚ ਕੋਈ ਨਜ਼ਰ ਨਹੀਂ ਆਉਂਦਾ ਪਿਆ। ਜਦੋਂ ਚਾਰੇ ਪਾਸੇ ਕੂੜ ਵਰਤਿਆ ਹੋਵੇ, ਜਦੋਂ ਚਾਰੇ ਪਾਸੇ ਹਨੇਰ ਗਰਦੀ ਪਸਰੀ ਹੋਵੇ, ਤੇ ਉਸ ਵਕਤ ਭਾਈ ਗੁਰਦਾਸ ਸਾਹਿਬ ਕਹਿੰਦੇ ਧਰਮ ਪੁਕਾਰ ਕੇ ਰੱਬ ਦੇ ਅੱਗੇ ਜਿਹੜਾ ਪੁਕਾਰਾਂ ਕਰਦਾ ਪਿਆ ਹੈ, ਤੇ ਉਹ ਪੁਕਾਰ ਪ੍ਰਮਾਤਮਾ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੀ ਹੈ। ਅਨਮੋਲ